Morning students, welcome back to my YouTube channel. I am Surendra Kumar. Today our sessions main discussion based upon to the new education policy of 2020. ਅੱਜ ਅਸੀਂ ਗੱਲ ਕਰਾਂਗੇ ਨਵੀਂ ਸਿੱਖਿਆ ਨੀਤੀ ਜਿਹੜੀ 2020 ਦੇ ਵਿੱਚ ਆਈ ਆ। ਇਸ ਨੀਤੀ ਦੇ ਮੁੱਖ ਧਾਰਨਾਵਾਂ ਮੇਨ ਕੀ ਪੁਆਇੰਟਸ ਜਿਹੜੇ ਇਸ ਪਾਲਿਸੀ ਦੇ ਵਿੱਚ ਸੀਗੇ ਤੇ ਇਸ ਪਾਲਿਸੀ ਦੇ ਕੀ ਚੀਜ਼ਾਂ ਬਣਾਈਆਂ ਗਈਆਂ, ਸਾਨੂੰ ਇਹਦੇ ਕਿੰਨੇ ਫਾਇਦੇ ਹੋਣੇ, ਕਿੰਨੇ ਨੁਕਸਾਨ ਹੋਣਾ, ਜਾਂ ਐਜੂਕੇਸ਼ਨ ਪਾਲਿਸੀ ਕਿੱਦਾਂ ਦੀ ਆ, ਇਸ ਚੀਜ਼ ਬਾਰੇ ਅੱਜ ਅਸੀਂ ਇਹਦੇ ਬਾਰੇ ਡਿਸਕਸ ਕਰਾਂਗੇ। ਸੈਸ਼ਨ ਨੂੰ ਸ਼ੁਰੂ ਕਰਦੇ ਹਾਂ। ਦੇਖੋ, ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜੇ ਕੀ ਪੁਆਇੰਟਸ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਜਿਹੜੀ ਸਾਡੀ ਪਹਿਲੀ ਐਜੂਕੇਸ਼ਨ ਪਾਲਿਸੀ ਸੀਗੀ ਉਹ ਬਣੀ ਸੀਗੀ 1986 ਦੀ ਜਿਹੜੀ ਪਾਲਿਸੀ ਸੀਗੀ। ਹਾਲੇ ਤੱਕ ਅਸੀਂ ਉਹਦੇ ਉੱਤੇ ਵਰਕ ਕੀਤਾ ਵਾ, ਜਾਂ ਜਿਹੜੀ ਐਜੂਕੇਸ਼ਨ ਅਸੀਂ ਹਾਲੇ ਤੱਕ ਪੜ੍ਹਾ ਰਹੇ ਹਾਂ ਤਾਂ ਉਹ ਸਾਰੀ ਕਿਹੜੀ ਆ 1986 ਦੇ ਵਿੱਚ ਸੀਗੀ। ਇਹਨੂੰ ਮੋਡੀਫਾਈ ਕੀਤਾ ਗਿਆ ਸੀ 92 ਦੇ ਵਿੱਚ। ਇਦੋਂ ਬਾਅਦ ਫਿਰ ਜਿਹੜਾ ਸਾਡੀ ਇਹ ਪਾਲਿਸੀ ਆ ਹਾਲੇ ਤੱਕ 30 ਸਾਲ ਤੋਂ ਉੱਤੇ ਹੋ ਗਿਆ, 34 ਸਾਲ ਹੋ ਚੁੱਕੇ ਸੀਗੇ, ਇਹ ਪਾਲਿਸੀ ਹਾਲੇ ਤੱਕ ਚੇਂਜ ਨਹੀਂ ਹੋਈ। ਅਸੀਂ ਉਸੇ ਤਰੀਕੇ ਨਾਲ ਆਪਣੀ ਜਿਹੜੇ ਚੈਲੰਜਸ ਨੇ, ਜਿਹੜੇ ਆਉਣ ਵਾਲੇ ਫਿਊਚਰ ਦੇ ਚੈਲੰਜਸ ਸੀਗੇ, ਉਸ ਚੀਜ਼ ਦੇ ਅਕੋਰਡਿੰਗ ਇਹ ਪਾਲਿਸੀ ਪ੍ਰੋਪਰ ਵਰਕ ਨਹੀਂ ਕਰ ਰਹੀ ਸੀ, ਕਿਉਂਕਿ ਇਹ ਕੀ ਆ 20th ਸੈਂਚੁਰੀ ਦੀ ਸੀ ਅਤੇ ਅਸੀਂ ਕੀ ਆ 21 ਸੈਂਚੁਰੀ ਦੇ ਵਿੱਚ ਆ ਚੁੱਕੇ ਹਾਂ। ਅੱਜ ਦਾ ਯੁੱਗ ਜਿਹੜਾ ਵਾ ਉਹ ਕਾਫੀ ਇਨੋਵੇਟਿਵ ਹੋ ਚੁੱਕਿਆ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਕੋਵਿਡ-19 ਕਰਕੇ ਵੀ ਸਾਰੇ ਐਜੂਕੇਸ਼ਨ ਸਟਰਕਚਰ ਹੀ ਹਿਲ ਚੁੱਕਿਆ ਵਾ। ਤਾਂ ਹੁਣ ਜਿਹੜੀ ਐਜੂਕੇਸ਼ਨ ਉਹਨੂੰ ਇੰਪਰੂਵ ਕਰਨ ਦੇ ਲਈ ਇਹ ਸਭ ਤੋਂ ਬੈਟਰ ਐਜੂਕੇਸ਼ਨ ਬਣਾਈ ਗਈ ਆ ਹੁਣ ਤੱਕ ਦੀ। ਅਤੇ ਇਹਦੇ ਵਿੱਚ ਇਹ ਚੀਜ਼ ਨੂੰ ਬਣਾਇਆ ਗਿਆ ਵੀ ਅਸੀਂ ਕੀ ਆ 3 ਚੀਜ਼ਾਂ ਦੇ ਉੱਤੇ ਜ਼ਿਆਦਾ ਫੋਕਸ ਕਰਨਾ। ਕਿਹੜੀ ਆ? ਕੁਆਲਿਟੀ, ਇਨੋਵੇਸ਼ਨ ਐਂਡ ਰਿਸਰਚ। ਇਹ ਜਿਹੜੀ 3 ਪਿੱਲਰ ਬਣਾਏ ਨੇ, 3 ਪਿੱਲਰਸ ਦੇ ਉੱਤੇ ਇੰਡੀਅਨ ਗਵਰਨਮੈਂਟ ਜਿਹੜੀ ਕਹਿ ਰਹੀ ਆ ਵੀ ਅਸੀਂ ਇਹ 3 ਪਿੱਲਰ ਦੇ ਉੱਤੇ ਬੇਸਡ ਸਾਡੀ ਨਿਊ ਇਕਨੋਮਿਕ ਪਾਲਿਸੀ ਬਣਾ ਰਹੇ ਹਾਂ, ਜਿਹਦੇ ਉੱਤੇ ਸਾਰਾ ਦੱਸਿਆ ਜਾਏਗਾ ਵੀ ਸਾਡੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਕੀ ਚੀਜ਼ਾਂ ਨੇ, ਕੀ ਜ਼ਰੂਰਤਾਂ ਨੇ, ਅਤੇ ਇਹਦਾ ਬਾਰੇ ਅਸੀਂ ਇਹਨਾਂ ਨੇ ਇੱਥੇ ਦੱਸਿਆ ਵਾ। ਜਿਹੜੀ ਇਹ ਕਮੇਟੀ ਪ੍ਰੀਪੇਅਰ ਕਰ ਰਹੀ ਸੀ, ਇਹ ਡਰਾਫਟਿੰਗ ਕਮੇਟੀ ਹੈ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੇ ਸਬਮਿਟ ਕਰਵਾਈ ਸੀ ਇਹ ਰਿਪੋਰਟ 31 ਮਈ 2019, ਯਾਨੀ ਕਿ 2019 ਦੇ ਵਿੱਚ ਇਹ ਪਾਲਿਸੀ ਬਣ ਚੁੱਕੀ ਸੀਗੀ। ਡਰਾਫਟਿੰਗ ਕਮੇਟੀ ਦੁਆਰਾ ਇਹ ਹੈਂਡਓਵਰ ਕਰ ਦਿੱਤੀ ਗਈ ਸੀ HRD ਮਿਨਿਸਟਰੀ ਨੂੰ, ਅਤੇ HRD ਮਿਨਿਸਟਰੀ ਨੇ ਜਿਹੜਾ ਸੀਗਾ ਇਹਨੂੰ ਆਪਣੀ ਆਫੀਸ਼ੀਅਲ ਸਾਈਟ ਦੇ ਉੱਤੇ ਅਪਲੋਡ ਕੀਤਾ ਹੋਇਆ ਸੀ। ਅਤੇ ਉਦੋਂ ਤੋਂ ਲੈ ਕੇ ਯਾਨੀ ਕਿ 31 ਮਈ ਤੋਂ ਲੈ ਕੇ 31 ਮਈ 2019 ਤੋਂ ਲੈ ਕੇ ਟਿਲ ਹੁਣ ਤੱਕ 28 ਜੁਲਾਈ ਤੱਕ ਇਹਦੇ ਵਿੱਚ ਸੁਜੈਸ਼ਨ ਲਏ ਗਏ, ਜਾਂ ਜੋ ਕੀ ਆ ਸਾਰੇ ਪਰਸਨਸ ਤੋਂ ਦੇਖਿਆ ਜਾਵੇ ਵੀ ਸਾਨੂੰ ਕਿਹੜੀ ਚੀਜ਼ਾਂ ਦੇ ਉੱਤੇ ਕਰਨਾ ਚਾਹੀਦਾ, ਕਿਹੜੀ ਚੀਜ਼ਾਂ ਦੇ ਵਿੱਚ ਚੇਂਜਿਸ ਹੋਣੇ ਚਾਹੀਦੇ। ਤਾਂ ਇਹ ਡਰਾਫਟਿੰਗ ਕਮੇਟੀ ਦੁਆਰਾ ਇਹ ਚੀਜ਼ਾਂ ਜਿਹੜੀਆਂ ਬਣਾ ਕੇ ਦਿੱਤੀਆਂ ਗਈਆਂ, ਉਹ ਸੁਜੈਸ਼ਨ ਦੇ ਰਿਲੇਟਡ ਵੀ ਪਬਲਿਕ ਤੋਂ ਸੁਜੈਸ਼ਨ ਲਏ ਗਏ, ਫਿਰ ਉਹਦੀ ਇਨਕਲੂਡਡ ਤੋਂ ਬਾਅਦ ਇਹ ਚੀਜ਼ਾਂ ਨੂੰ ਨਵੀਂ ਬਣਾਈ ਗਈ। ਹੁਣ ਜਿਹੜੀ ਸਾਡੇ ਕੋਲ ਟਾਈਮ ਲਾਈਨ ਇਹਦੇ ਵਿੱਚ ਕੀ ਆ, ਜਿਹੜੀ ਸਾਡੀ ਨਿਊ ਐਜੂਕੇਸ਼ਨ ਪਾਲਿਸੀ ਬਣੀ ਸੀ ਜਿਹੜੀ ਕਿ 2019 ਦੇ ਵਿੱਚ ਬਣੀ, ਇਹਦੇ ਵਿੱਚ ਸਰਕੂਲੇਟਿੰਗ ਕੀਤੇ ਗਏ 22 ਲੈਂਗੁਏਜਸ ਦੇ ਵਿੱਚ ਇਹਦੀ ਜਿਹੜੀ ਟਰਾਂਸਲੇਸ਼ਨ ਸੀਗੀ ਪੂਰੀ ਐਜੂਕੇਸ਼ਨ ਪਾਲਿਸੀ ਦੀ ਅਪਲੋਡ ਕੀਤੀ ਗਈ ਉਹ ਵੈਬਸਾਈਟ ਦੇ ਉੱਤੇ, ਮਿਨਿਸਟਰੀ ਦੇ ਉੱਤੇ, HRD ਮਿਨਿਸਟਰੀ ਦੇ ਉੱਤੇ। ਅਤੇ ਉਹਦੇ ਵਿੱਚ ਕਈ ਮੀਟਿੰਗਸ ਹੋਈਆਂ, ਜਿਹੜੇ ਕਿ ਐਜੂਕੇਸ਼ਨ ਸੈਕਟਰੀ ਸੀਗੇ, ਸਕੂਲ ਐਜੂਕੇਸ਼ਨ ਸੀਗੇ, ਸਟੇਟ ਸੈਕਟਰੀ ਸੀਗੇ, ਅਤੇ ਹਾਇਰ ਜਿਹੜੇ ਟੈਕਨੀਕਲ ਐਜੂਕੇਸ਼ਨ ਦੇ ਪਰਸਨ ਸੀਗੇ ਉਹਨਾਂ ਦੇ ਨਾਲ ਇਹ ਮੀਟਿੰਗ ਅਰੇਂਜ ਕੀਤੀ ਗਈ, ਤਾਂ ਜੋ ਕਿ ਉੱਥੇ ਪਤਾ ਲੱਗ ਸਕੇ ਵੀ ਸਾਨੂੰ ਕਿਸ ਚੀਜ਼ ਦੀਆਂ ਕਿਹੜੀਆਂ ਚੇਂਜਿਸ ਲੈ ਕੇ ਆਉਣੀਆਂ ਚਾਹੀਦੀਆਂ, ਜਾਂ ਕਿਹੜੇ ਪ੍ਰੋਬਲਮ ਫੇਸ ਆਊਟ ਹੋ ਰਹੀਆਂ ਸੀਗੀਆਂ 1986 ਦੀ ਪਾਲਿਸੀ ਦੇ ਵਿੱਚ। ਉਦੋਂ ਬਾਅਦ ਜਿਹੜੀ ਇਹਦੀ ਟਾਈਮ ਲਾਈਨ ਦੇ ਵਿੱਚ ਕੀ ਆ ਵੀ ਸਾਡੇ ਜਿਹੜੇ ਨਰਿੰਦਰ ਮੋਦੀ ਜੀ ਸੀਗੇ ਉਹਨਾਂ ਨੇ 20 ਜੁਲਾਈ 2020 ਯਾਨੀ ਕਿ 29 ਜੁਲਾਈ 2020 ਨੂੰ ਇਹ ਜਿਹੜੀ ਪਾਲਿਸੀ ਸੀਗੀ ਉਹ ਇੰਡੀਆ ਨੂੰ ਪੂਰੀ ਡੈਲੀਗੇਟ ਕੀਤੀ, ਅਤੇ ਉਹਨਾਂ ਨੇ ਦੱਸਿਆ ਵੀ ਹੁਣ ਅਸੀਂ ਕੀ ਆ ਟਰਾਂਸਫਾਰਮਿੰਗ ਆਫ ਦੀ ਸਕੂਲ ਐਂਡ ਹਾਇਰ ਐਜੂਕੇਸ਼ਨ ਸਿਸਟਮ ਦੇ ਵੱਲ ਜਾ ਰਹੇ ਹਾਂ। ਇਹ ਪਾਲਿਸੀ ਨੇ 34 ਸਾਲ ਪੁਰਾਣੀ ਜਿਹੜੀ ਚੱਲੀ ਆ ਰਹੀ ਪਾਲਿਸੀ ਸੀਗੀ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ NPE 1986 ਦੀ, ਉਹ ਪਾਲਿਸੀ ਨੂੰ ਰਿਪਲੇਸ ਕੀਤਾ, ਅਤੇ ਉਹਦੇ ਵਿੱਚ ਜਿਹੜੇ ਰਿਫੋਰਮਸ ਨੇ ਉਹ ਹੁਣ ਆਪਾਂ ਇਹਦੇ ਬਾਰੇ ਡਿਸਕਸ ਕਰਦੇ ਹਾਂ। ਦੇਖੋ ਇਹਨਾਂ ਨੇ ਨਿਊ ਸਟਰਕਚਰ ਬਣਾਇਆ ਵਾ ਐਜੂਕੇਸ਼ਨ ਕਰਿਕੂਲਮ ਦਾ। ਹੁਣ ਦੇਖੋ ਉਹਦੇ ਵਿੱਚ ਕੀ ਆ, ਫਸਟ ਹੈਗਾ ਫਾਊਂਡੇਸ਼ਨ ਸਟੇਜ ਆ 3 ਇਅਰਸ ਤੋਂ ਲੈ ਕੇ ਆਫ ਆਂਗਨਵਾੜੀ ਅਤੇ ਪ੍ਰੀ ਸਕੂਲ, ਫੋਲੋਡ ਬਾਏ ਦੀ ਆ ਕਲਾਸ 1st and 2nd ਵੀ, ਜਾਣੀ ਕਿ 3 ਸਾਲ ਜਿਹੜੇ ਆਂਗਨਵਾੜੀ ਦੇ ਹੁੰਦੇ ਸੀ ਔਰ ਪ੍ਰੀ ਸਕੂਲ ਦੇ, ਯਾਨੀ ਕਿ ਹੁਣ ਇਹ ਸਕੂਲ ਦੇ ਵਿੱਚ ਕਾਊਂਟ ਕਰਨ ਲੱਗ ਗਏ ਨੇ। ਪਹਿਲਾਂ ਜਿਹੜਾ ਸੀਗਾ 5th ਕਲਾਸ ਤੱਕ ਅਸੀਂ ਜਿਹੜਾ ਸਕੂਲਿੰਗ ਕਾਊਂਟ ਕਰਦੇ ਹੁੰਦੇ ਸੀ, ਬਟ ਹੁਣ ਇਹ ਕੀ ਆ ਪ੍ਰੀ ਸਕੂਲਿੰਗ ਇਹਨਾਂ ਨੂੰ ਕਾਊਂਟ ਕੀਤੀ ਜਾਂਦੀ ਆ। ਫਿਰ ਕੀ ਆ ਪ੍ਰੈਪਰੇਟਰੀ ਸਟੇਜ ਆ ਜਿਹੜੀ ਕਿ 3rd ਕਲਾਸ ਤੋਂ ਲੈ ਕੇ 5th ਕਲਾਸ ਤੱਕ ਆ। ਫਿਰ ਮਿਡਲ ਸਟੇਜ ਆ ਜਿਹੜੀ ਕਿ 6 to 8th ਆ, ਐਂਡ ਜਿਹੜੀ ਸੈਕੰਡਰੀ ਸਟੇਜ ਆ 9 to 12th ਰੱਖੀ ਗਈ ਆ। ਇਹ ਨਿਊ ਸਟਰਕਚਰ ਬਣਾਇਆ ਗਿਆ ਕਰਿਕੂਲਮ, ਜਿਹਦੇ ਵਿੱਚ ਤੁਹਾਨੂੰ ਤੁਸੀਂ ਪਾਲਿਸੀ ਇੱਕ ਦੇਖੀ ਹੋਣੀ ਆ, ਜਿਹਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ। 5, 3, 3, 4 ਉਹ ਫੰਡੇ ਨੂੰ ਇੱਥੇ ਐਕਸਪਲੇਨ ਕੀਤਾ ਗਿਆ, ਕਿਉਂਕਿ
ਕਈ ਪਰਸਨਸ ਇਹ ਕਹਿ ਰਹੇ ਸੀ ਵੀ ਜਿਹੜੇ ਕੀ ਆ 12th ਕਲਾਸ ਆ ਉਹ ਅਬੋਲਿਸ਼ ਕਰ ਦਿੱਤੀ ਗਈ ਆ ਸਕੂਲ ਦੇ ਵਿੱਚੋਂ, ਅਤੇ ਜਿਹੜਾ ਗ੍ਰੈਜੂਏਸ਼ਨ ਦਾ ਜਿਹੜਾ ਫੰਡਾ ਬਣਾਇਆ ਗਿਆ ਉਹਦੇ ਵਿੱਚ ਜਿਹੜੀ +2 ਆ ਉਹ ਅਰੇਂਜ ਕਰ ਦਿੱਤੀ ਗਈ ਆ। ਬਟ ਇਹਦਾ ਹਾਲੇ ਕੋਈ ਵੀ ਇੱਦਾਂ ਦਾ ਨਹੀਂ ਹੈ। ਇਹ 5 ਦਾ ਸਟੇਜ ਇਹ ਸੀ ਵੀ ਜਿਹੜੀ 5 ਈਅਰ ਆ ਉਹ ਲੱਗੇਗੀ ਪ੍ਰੀ ਸਕੂਲ ਦੇ ਵਿੱਚ, ਜਿਹਦੇ ਵਿੱਚ 3 ਸਾਲ ਦੇ ਬੱਚੇ ਤੋਂ ਲੈ ਕੇ ਜਿਹੜਾ 1st ਅਤੇ 2nd ਉੱਥੇ ਹੀ ਜਾਏਗੀ। ਫਿਰ ਦੈਨ 3 ਈਅਰਸ ਜਿਹੜੇ ਨੇ ਉਹ 3 to 5th ਕਲਾਸ ਤੱਕ ਦੇ ਲਈ ਆ। ਫਿਰ ਜਿਹੜੇ 3 ਈਅਰ ਨੇ ਉਹ ਹੈ 6 to 8th, ਅਤੇ ਜਿਹੜੇ ਲਾਸਟ ਬਚਦੇ ਆ 4 ਈਅਰ ਉਹ ਹੈਗੇ ਆ 9 to 12th ਕਲਾਸ ਦੇ ਲਈ। ਤਾਂ ਇਹ ਪਾਲਿਸੀ ਇੱਦਾਂ ਬਣਾਈ ਗਈ ਆ। ਹੁਣ ਅਸੀਂ ਇਹਦੇ ਹੋਰ ਕੀ ਪੁਆਇੰਟਸ ਦੇਖਦੇ ਹਾਂ। ਦੇਖੋ ਕੀ ਆ ਇੰਪੋਰਟੈਂਟ ਕੀ ਪੁਆਇੰਟਸ ਆਫ ਦੀ ਆ NEP 2020 ਦੇ ਵਿੱਚ ਜਿਹੜਾ ਨਵੀਂ ਕਿਹੜੇ ਮੇਨ ਪੁਆਇੰਟਸ ਨੇ, ਦੇਖੋ ਉਹਦੇ ਬਾਰੇ ਡਿਸਕਸ ਕਰਦੇ ਹਾਂ। ਇਹ ਜਿਹੜੀ ਪਾਲਿਸੀ ਸੀਗੀ ਉਹ ਹੁਣੀ ਆਪਾਂ ਡਿਸਕਸ ਕੀਤਾ ਵੀ 20 ਜੁਲਾਈ 2020 ਨੂੰ ਇਹ ਰਿਲੀਜ਼ ਹੋਈ। ਹੁਣ ਇਹਦੇ ਵਿੱਚ ਦੇਖੋ ਵੀ ਇਹਦੇ ਵਿੱਚ ਜਿਹੜਾ ਬੋਰਡ ਐਗਜ਼ਾਮ ਸੀਗਾ 12th ਦਾ ਜਿਹੜਾ ਸਟਰਕਚਰ ਆਫ 12th ਜਿਹੜਾ ਸੀਗਾ ਉਹ ਬੀਇੰਗਸ ਡਰੋਪਡ ਨਾਓ। ਹੁਣ ਉਹਨੂੰ ਕੀ ਕੀਤਾ ਗਿਆ, ਡਰੋਪ ਕਰ ਦਿੱਤਾ ਗਿਆ, ਨਿਊ ਸਟਰਕਚਰ ਅਪਣਾਇਆ ਗਿਆ ਵਾ। ਪਹਿਲਾਂ ਕੀ ਸੀਗਾ 12th ਦਾ ਜਿਹੜਾ ਬੋਰਡ ਸਟਰਕਚਰ ਬਣਾਇਆ ਜਾਂਦਾ ਹੁੰਦਾ ਸੀ ਵੀ ਜਿਹੜੇ ਬੋਰਡਸ ਦੇ ਐਗਜ਼ਾਮ ਲਏ ਜਾਂਦੇ ਸੀ ਉਹਨਾਂ ਵਿੱਚ ਕਾਫੀ ਜ਼ਿਆਦਾ ਚੇਂਜਸ ਕੀਤੀਆਂ ਗਈਆਂ ਨੇ। ਅਤੇ ਹੁਣ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, ਦੇਖੋ ਅਪ ਟੂ ਜਿਹੜੀਆਂ 5th ਕਲਾਸ ਦੇ ਨੇ ਉਹਨੂੰ ਅਸੀਂ ਐਜ਼ ਏ ਪ੍ਰੀ ਸਕੂਲਸ ਮੰਨਦੇ ਹੁੰਦੇ ਸੀਗੇ। 6 ਨੂੰ ਅਸੀਂ ਕੀ ਸੀਗਾ ਮਿਡਲ ਕਲਾਸ ਮੰਨਾਂਗੇ, ਅਤੇ ਉਦੋਂ ਬਾਅਦ ਜਿਹੜਾ 8th ਤੋਂ 11th ਸੀਗਾ ਉਹ ਹਾਇਰ ਸਕੂਲ ਸੀ, ਅਤੇ 12th ਤੋਂ ਔਨਵਰਡ ਜਿਹੜਾ ਕੰਸੀਡਰੇਸ਼ਨ ਹੁੰਦਾ ਸੀਗਾ ਗ੍ਰੈਜੂਏਸ਼ਨ ਤੱਕ ਉਹਨੂੰ ਅਸੀਂ ਮੰਨਦੇ ਹੁੰਦੇ ਸੀਗੇ ਹਾਇਰ ਐਜੂਕੇਸ਼ਨ ਜਾਂ ਸੈਕੰਡਰੀ ਐਜੂਕੇਸ਼ਨ ਮੰਨਦੇ ਹੁੰਦੇ ਸੀਗੇ। ਨੈਕਸਟ ਕੀ ਆ, ਇਹਨਾਂ ਨੇ ਕਿਹਾ ਵੀ ਜਿਹੜਾ 6th ਕਲਾਸ ਤੋਂ ਆ ਸਭ ਤੋਂ ਵਧੀਆ ਪੁਆਇੰਟ ਜਿਹੜਾ ਮੈਨੂੰ ਇਸ ਪਾਲਿਸੀ ਦੇ ਵਿੱਚ ਲੱਗਿਆ ਉਹ ਸੀਗਾ ਵੀ ਜਿਹੜਾ 6th ਸਟੈਂਡਰਡ ਤੋਂ ਆ ਤੁਹਾਨੂੰ ਵੋਕੇਸ਼ਨਲ ਕੋਰਸ ਆਫਰ ਕੀਤੇ ਜਾਣਗੇ। ਜਾਣੀ ਕਿ ਉਹਦੇ ਵਿੱਚ ਸਕਿੱਲ ਡਿਵੈਲਪਮੈਂਟ ਆਫ ਇੰਡੀਆ ਜਿਹੜਾ ਨੈਸ਼ਨਲ ਸਕਿੱਲ ਡਿਵੈਲਪਮੈਂਟ NSTC ਇਹ ਹੁਣ ਇਨਵੋਲਵਮੈਂਟ ਦਿਖਾਏਗੀ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ। ਬੱਚੇ ਕੀ ਨੇ ਵੋਕੇਸ਼ਨਲ ਟ੍ਰੇਨਿੰਗਸ ਲੈਣਗੇ, ਫੋਰ ਐਗਜ਼ਾਮਪਲ ਜਿਵੇਂ ਕਾਰਸ ਹੋ ਗਏ, ਬਾਈਕਸ ਹੋ ਗਈਆਂ, ਇਹਨਾਂ ਦੀ ਰਿਪੇਅਰਿੰਗ, ਤਾਂ ਇਹਨਾਂ ਦੇ ਸਾਰੀਆਂ ਚੀਜ਼ਾਂ ਦੇ ਬਾਰੇ ਇੱਥੇ ਡਿਸਕਸ ਕੀਤੀ ਜਾਏਗੀ। ਬੱਚਾ ਕੀ ਆ 8th ਤੋਂ 11th ਤੱਕ ਦਾ ਬੱਚਾ ਕੋਈ ਵੀ ਸਬਜੈਕਟ ਚੂਜ਼ ਕਰ ਸਕਦਾ, ਜਾਣੀ ਕਿ ਉਹਨੂੰ ਫੈਸਿਲਿਟੀ ਮਿਲੇਗੀ ਜਿਹੜੀ ਕਿ +1 ਦੇ ਵਿੱਚ ਉਹਨਾਂ ਨੂੰ ਫੈਸਿਲਿਟੀ ਮਿਲਦੀ ਸੀ ਵੀ ਉਹ ਕੋਈ ਵੀ ਸਬਜੈਕਟ ਚੂਜ਼ ਕਰਕੇ ਜਾਂ ਕੋਈ ਵੀ ਸਟਰੀਮ ਚੂਜ਼ ਕਰ ਸਕਦਾ ਸੀ। ਹੁਣ ਉਹ ਜਿਹੜੀ ਰਿਕੁਆਇਰਮੈਂਟ ਆ ਉਹ 8th ਤੋਂ ਹੀ ਹੋਣ ਲੱਗ ਗਈ, ਤਾਂ 8th ਦੇ ਵਿੱਚ ਉਹ ਸਾਰੇ ਸਬਜੈਕਟ ਉਹਨਾਂ ਨੂੰ ਚੂਜ਼ ਕੀਤੇ ਜਾ ਸਕਦੇ ਨੇ। ਹੁਣ ਦੇਖੋ ਆਲ ਗ੍ਰੈਜੂਏਸ਼ਨ ਜਿਹੜੇ ਕੋਰਸਿਸ ਸੀਗੇ ਉਹਦੇ ਵਿੱਚ ਮੇਜਰ ਅਤੇ ਮਾਈਨਰ ਸੀਗੇ, ਜਿਵੇਂ ਕਿ ਸਾਇੰਸ ਜਿਹੜਾ ਸਟੂਡੈਂਟ ਸੀਗਾ ਉਹ ਫਿਜ਼ਿਕਸ ਨੂੰ ਐਜ਼ ਏ ਮੇਜਰ ਸਬਜੈਕਟ ਲੈ ਸਕਦਾ ਸੀ, ਅਤੇ ਜਿਹੜਾ ਮਿਊਜ਼ਿਕ ਆ ਉਹਨੂੰ ਮਾਈਨਰ ਸਬਜੈਕਟ ਲੈ ਸਕਦਾ, ਅਤੇ ਕੋਈ ਵੀ ਕੰਬੀਨੇਸ਼ਨ ਦੀ ਚੋਇਸ ਦੇ ਅਕੋਰਡਿੰਗ ਉਹ ਕੋਈ ਵੀ ਕਰ ਸਕਦਾ ਸੀ। ਬਟ ਪਹਿਲਾਂ ਕੀ ਸੀਗਾ ਵੀ ਜਿਹੜੀ ਗ੍ਰੈਜੂਏਸ਼ਨ ਸੀਗੀ ਉਹਦੀ ਜਿਹੜੀ ਚੋਇਸ ਹੁੰਦੀ ਸੀ ਉਹ ਸਕੂਲਸ ਕਾਲਜਸ ਦਿੰਦੇ ਹੁੰਦੇ ਸੀ ਵੀ ਤੁਸੀਂ ਆਹੀ ਕੰਬੀਨੇਸ਼ਨ ਰੱਖ ਸਕਦੇ ਹੋ। ਬਟ ਹੁਣ ਗੌਰਮੈਂਟ ਨੇ ਅਲਾਓ ਕਰਤਾ ਵੀ ਜਿਹੜਾ ਮਰਜ਼ੀ ਤੁਸੀਂ ਕੰਬੀਨੇਸ਼ਨ ਰੱਖ ਸਕਦੇ ਹੋ। ਬਟ ਇੱਕ ਚੀਜ਼ ਯਾਦ ਰੱਖਣੀ ਆ ਵੀ ਜੇਕਰ ਤੁਸੀਂ ਸਾਇੰਸ ਗਰੁੱਪ ਤੋਂ ਬਿਲੋਂਗ ਕਰਦੇ ਹੋ ਤਾਂ ਤੁਹਾਡੇ ਮੇਜਰ ਜਿਹੜੇ ਸਬਜੈਕਟਸ ਹੋਣਗੇ ਉਹ ਸਾਇੰਸ ਗਰੁੱਪ ਵਾਲੇ ਹੋਣਗੇ। ਮਾਈਨਰ ਸਬਜੈਕਟ ਤੁਸੀਂ ਕੋਈ ਵੀ ਰੱਖ ਸਕਦੇ ਹੋ, ਮਿਊਜ਼ਿਕ ਰੱਖ ਸਕਦੇ ਹੋ, ਕੋਈ ਵੀ ਐਜ਼ ਯੂ ਵਿਸ਼ ਜਿਹੜਾ ਤੁਸੀਂ ਰੱਖਣਾ ਚਾਹੁੰਦੇ ਹੋ। ਤਾਂ ਇਹ ਸਭ ਤੋਂ ਵਧੀਆ ਰਿਫਾਰਮ ਸੀ। ਫਿਰ ਉਸ ਤੋਂ ਬਾਅਦ ਹੈਗਾ ਵੀ ਹਾਇਰ ਜਿਹੜੀ ਸਕੂਲ ਆ ਉਹਦੇ ਵਿੱਚ ਓਨਲੀ 1 ਅਥਾਰਟੀ ਹੋਏਗੀ। ਜਿਹੜੀ ਹਾਇਰ ਐਜੂਕੇਸ਼ਨ ਆ ਉਹਦੇ ਲਈ ਗਵਰਨਰ ਸਿਰਫ ਇੱਕ ਹੀ ਅਥਾਰਟੀ ਹੋਏਗੀ, UGC, ਜਿਹੜਾ ਕਿ ਉਹ ਸਾਰਾ ਪਲਾਨ ਫਿਕਸ ਕਰੇਗੀ ਵੀ ਕਿੱਦਾਂ ਦੀ ਗ੍ਰੈਜੂਏਸ਼ਨ ਹੋਏਗੀ, ਕਿਹੜਾ ਕਰਿਕੂਲਮ ਆ, ਉਹ ਸਾਰਾ ਇੱਕ ਹੀ ਹੁਣ ਅਥਾਰਟੀ ਅਪੋਇੰਟ ਕੀਤੀ ਜਾਏਗੀ ਅਤੇ ਉਹਦੇ ਅਕੋਰਡਿੰਗ ਚੱਲੇਗਾ। ਇਹ ਨਹੀਂ ਹੋਏਗਾ ਵੀ ਡਿਫਰੈਂਟ ਜਿਹੜੀਆਂ ਯੂਨੀਵਰਸਿਟੀਆਂ ਨੇ ਆਪਣਾ ਸਿਲੇਬਸ ਆਪਣੇ ਅਕੋਰਡਿੰਗ ਡਿਜ਼ਾਈਨ ਕਰਦੀਆਂ ਨੇ, ਕਿਉਂਕਿ ਇਹ ਜਿਹੜੀ ਪਾਲਿਸੀ ਇਹਦੇ ਵਿੱਚ ਰੱਖਿਆ ਗਿਆ ਵੀ ਸਿਰਫ 1 ਅਥਾਰਟੀ ਹੀ ਸਾਰੇ ਕਰਿਕੂਲਮ ਨੂੰ ਡਿਜ਼ਾਈਨ ਕਰੇਗੀ। ਤਾਂ ਇਹ ਸਭ ਤੋਂ ਬੈਟਰ ਵਧੀਆ ਓਪਰਚੁਨਿਟੀ ਹੋਈ। ਅਤੇ ਜਿਹੜੇ ਆ UGC ਆ ਅਤੇ IACTE ਇਹ ਸਾਰੇ ਜਾਣੀ ਕੀ ਨੇ ਇਹ ਇੱਕ ਦੂਸਰੇ ਵਿੱਚ ਮਰਜ ਹੋ ਚੁੱਕਿਆਂ ਨੇ, ਜਾਣੀ ਕਿ ਇਹ ਪਹਿਲਾਂ ਡਿਫਰੈਂਟ ਬੋਡੀ ਸੀਗੀਆਂ ਅਤੇ ਡਿਫਰੈਂਟ ਇਹ ਟੈਕਨੀਕਲ ਐਜੂਕੇਸ਼ਨ ਦੇ ਨਾਲ ਡੀਲ ਕਰਦੀ ਸੀ, ਅਤੇ ਇਹ ਸੀਗੀ ਜਿਹੜੇ ਆਮ ਜਿਹੜੇ ਗ੍ਰੈਜੂਏਸ਼ਨਸ ਕਾਲਜਿਸ ਸੀਗੇ ਅਤੇ ਸਾਰੇ ਕਾਲਜਿਸ ਨੂੰ ਡੀਲ ਕਰਦੀ ਸੀ। ਅਤੇ ਹੁਣ ਇਹ ਦੋਹੀ ਜਣੇ ਇੱਕ ਦੂਸਰੇ ਨਾਲ ਜੁਆਇਨ ਹੋ ਗਏ ਨੇ ਅਤੇ ਦੋਹੀ ਹੁਣ ਪ੍ਰੋਪਰ ਮੈਨੇਜ ਕਰਿਆ ਕਰਨਗੇ ਐਜੂਕੇਸ਼ਨ ਪਾਲਿਸੀ ਨੂੰ। ਅਤੇ ਹੁਣ ਜਿਹੜੀਆਂ ਯੂਨੀਵਰਸਿਟੀ ਨੇ ਆਲ ਯੂਨੀਵਰਸਿਟੀ ਨੇ ਪ੍ਰਾਈਵੇਟ, ਓਪਨ, ਡਿਮੇਂਡ, ਵੋਕੇਸ਼ਨਲ ਐਕਸੈਕਟਰਾ, ਇਹਨਾਂ ਦੀਆਂ ਵੀ ਸੇਮ ਗ੍ਰੇਡਿੰਗ ਹੋਣਗੀਆਂ ਅਤੇ ਸੇਮ ਰੂਲ ਚੱਲਿਆ ਕਰਨਗੇ। ਸੇਮ ਜਿਹੜੇ ਮਾਰਕਸ ਸ਼ੀਟਸ ਆ ਜਾਂ ਉਹਨਾਂ ਦਾ ਕਰਿਕੂਲਮ ਆ ਉਹ ਸੇਮ ਕਰ ਦਿੱਤਾ ਗਿਆ। ਨਿਊ ਜਿਹੜੇ ਟੀਚਰ ਟ੍ਰੇਨਿੰਗ ਬੋਰਡਸ ਸੈਟਅਪ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਆਲ ਕਾਈਂਡਸ ਆਫ ਦੀਆਂ ਸਕਿੱਲਸ ਦਿੱਤੀਆਂ ਜਾਣਗੀਆਂ ਇਨ ਅ ਕੰਟਰੀ। ਨੋ ਸਟੇਟ ਕੈਨ ਬੀ ਅ ਚੇਂਜ। ਕੋਈ ਵੀ ਸਟੇਟ ਜਿਹੜੀ ਆ ਇਸ ਚੀਜ਼ ਨੂੰ ਚੇਂਜ ਨਹੀਂ ਕਰ ਸਕਦੀ ਵੀ ਜਿਹੜਾ ਟੀਚਰ ਟ੍ਰੇਨਿੰਗ ਉਹ ਡਿਫਰੈਂਟ ਦੇਵਾਂਗੇ, ਅਸੀਂ ਡਿਫਰੈਂਟ ਦੇਵਾਂਗੇ, ਜਾਂ ਹਰਿਆਣੇ ਦੇ ਵਿੱਚ ਡਿਫਰੈਂਟ ਆ, ਪੰਜਾਬ ਦੇ ਵਿੱਚ ਡਿਫਰੈਂਟ, ਇਹ ਚੀਜ਼ ਨਹੀਂ ਹੋਏਗੀ। ਹੁਣ ਸਾਰਿਆਂ ਲਈ ਇੱਕ ਹੀ ਤਰ੍ਹਾਂ ਦੀ ਜਿਹੜੀ ਆ ਵੀ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਬੋਰਡਸ ਨੇ ਉਹ ਇਕੱਠੇ ਹੋ ਜਾਣਗੇ ਅਤੇ ਇਕੱਠੇ ਹੋ ਕੇ ਇੱਕ ਹੀ ਤਰ੍ਹਾਂ ਦੇ ਜਿਹੜੀਆਂ ਟ੍ਰੇਨਿੰਗਸ ਆ ਉਹ ਪ੍ਰੋਵਾਈਡ ਕੀਤੀ ਜਾਊਗੀ ਟੀਚਰਸ ਨੂੰ। ਨੈਕਸਟ ਕੀ ਆ, ਸੇਮ ਲੈਵਲ ਆਫ ਟੂ ਦੀ ਆ ਐਡੀਕੇਸ਼ਨਸ ਕਾਲਜਿਸ ਜਿਹੜੇ ਬੇਸਡ ਨੇ ਉਹਨਾਂ ਦੀਆਂ ਰੀਡਿੰਗਸ ਜਿਹੜੀਆਂ ਹੋਣਗੀਆਂ ਆਟੋਨੋਮੀਅਸ ਰਾਈਟ ਹੋਏਗਾ ਅਤੇ ਫੰਡਸ ਦਾ ਹੋਏਗਾ ਵੀ ਉਹਨਾਂ ਕੋਲ ਆਪਣੇ ਰਾਈਟਸ ਨੇ ਵੀ ਉਹ ਆਪਣੇ ਅਕੋਰਡਿੰਗ ਆਪਣਾ ਜਿਹੜਾ ਕਾਲਜਿਸ ਨੇ ਉਹਨੂੰ ਰਨ ਕਰ ਸਕਦੇ ਆ ਜਾਂ ਫੰਡ ਰਾਈਜ਼ ਕਰ ਸਕਦੇ ਆ।
ਇਹਦੇ ਵਿੱਚ ਜਿਹੜੀ ਬੇਸਿਕ ਲਰਨਿੰਗ ਆ ਉਹ ਸਟਾਰਟ ਕੀਤੀ, ਉਹ ਕ੍ਰੀਏਟ ਕੀਤੀ ਗਈ ਆ ਗੌਰਮੈਂਟ ਦੁਆਰਾ ਵੀ ਜਿਹੜੇ ਪੇਰੈਂਟਸ ਨੇ ਉਹ ਬੱਚੇ ਨੂੰ ਟੀਚ ਕਰਨਗੇ ਅਪ ਟੂ 3 ਈਅਰ ਹੋਮ ਦੇ ਵਿੱਚ। ਅਤੇ ਉਦੋਂ ਬਾਅਦ ਜਿਹੜਾ ਵਾ 3 ਤੋਂ 6 ਸਾਲ ਉਹ ਹੋਏਗੀ ਪ੍ਰੀ ਸਕੂਲ, ਜਿਹਦੇ ਵਿੱਚ ਅਸੀਂ ਨਰਸਰੀ, LKG, UKG, ਫਸਟ ਸੈਕਿੰਡ ਨੂੰ ਕੰਸੀਡਰ ਕੀਤਾ ਵਾ। ਮਲਟੀ ਐਂਟਰੀਜ਼ ਤੁਸੀਂ ਕਰ ਸਕਦੇ ਹੋ, ਯਾਨੀ ਕਿ ਇੱਕੋ ਈਅਰਸ ਦੇ ਵਿੱਚ ਤੁਸੀਂ ਕੀ ਆ ਜਾਂ ਇੱਕ ਕੋਰਸ ਕਰਦੇ ਕਰਦੇ ਨਾਲ ਦੀ ਨਾਲ ਦੂਸਰਾ ਕੋਰਸ ਵੀ ਸਟਾਰਟ ਕਰ ਸਕਦੇ ਹੋ, ਇੱਕ ਕੋਰਸ ਨੂੰ ਤੁਸੀਂ ਰਿਲੀਵ ਦੇ ਸਕਦੇ ਹੋ ਥੋੜ੍ਹੇ ਟਾਈਮ ਦੇ ਲਈ। ਤਾਂ ਇਹ ਚੀਜ਼ ਇੱਕ ਸਿਸਟਮ ਰੱਖਿਆ ਗਿਆ। ਨੈਕਸਟ ਕੀ ਆ, ਇਹਨਾਂ ਨੇ ਕ੍ਰੈਡਿਟ ਸਿਸਟਮ ਜਿਹੜਾ ਵਾ ਵੀ ਗ੍ਰੈਜੂਏਸ਼ਨ ਤੋਂ ਬਾਅਦ ਈਚ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਕ੍ਰੈਡਿਟ ਦਿੱਤੇ ਜਾਣਗੇ ਤਾਂ ਜੋ ਯੂਟੀਲਾਈਜ਼ ਕਰ ਸਕਣ ਅਤੇ ਆਪਣਾ ਜਿਹੜਾ ਕੋਰਸ ਆ ਜੇਕਰ ਉਹਨਾਂ ਨੂੰ ਨਹੀਂ ਵਧੀਆ ਲੱਗ ਰਿਹਾ ਤਾਂ ਉਹਨੂੰ ਬ੍ਰੇਕ ਦੇ ਸਕਦੇ ਆ ਅਤੇ ਕਦੇ ਵੀ ਆ ਕੇ ਉਹਨੂੰ ਕੋਰਸ ਨੂੰ ਦੁਬਾਰਾ ਕੰਪਲੀਟ ਕਰ ਸਕਦੇ ਆ। ਅਤੇ ਉਹਨਾਂ ਨੇ ਹੋਰ ਕੀ ਦਿੱਤਾ ਵਾ ਵੀ ਜਿਹੜੇ ਆਲ ਸਕੂਲਸ ਨੇ ਉਹ ਕੀ ਹੋਣਗੇ, ਸਮੈਸਟਰ ਵਾਈਜ਼ ਹੋਏਗਾ, ਯਾਨੀ ਕਿ ਜਿਹੜਾ ਵੀ ਪੇਪਰ ਹੋਇਆ ਕਰਨਗੇ, ਐਗਜ਼ਾਮ ਹੋਣਗੇ, ਉਹਨਾਂ ਨੇ ਸਭ ਤੋਂ ਬੈਟਰ ਕੰਮ ਕੀਤਾ ਵੀ ਪਹਿਲਾਂ ਐਨੂਅਲ ਸਿਸਟਮ ਚੱਲਦਾ ਹੁੰਦਾ ਸੀ, ਐਨੂਅਲ ਸਿਸਟਮ ਨੂੰ ਖਤਮ ਕੀਤਾ ਅਤੇ ਹੁਣ ਉਹਨਾਂ ਨੇ ਕਹਿਤਾ ਵੀ ਅਸੀਂ ਕੀ ਆ ਸਮੈਸਟਰ ਵਾਈਜ਼ ਜਿਹੜੀ ਆ ਐਜੂਕੇਸ਼ਨ ਪ੍ਰੋਵਾਈਡ ਕਰਵਾਵਾਂਗੇ ਬੱਚਿਆਂ ਨੂੰ, ਅਤੇ ਸਮੈਸਟਰ ਦੇ ਅਕੋਰਡਿੰਗ ਹੀ ਉਹਨਾਂ ਨੂੰ ਕੀ ਆ ਟੀਚਿੰਗ ਕੀਤੀ ਜਾਏਗੀ। ਨੈਕਸਟ ਹੈਗਾ ਵਾ ਵੀ ਜਿਹੜਾ ਸਿਲੇਬਸ ਆ ਉਹਨੂੰ ਰਿਡਿਊਸ ਕੀਤਾ ਜਾਏਗਾ, ਕੋਰ ਆਫ ਕੋਰਸ ਨੌਲੇਜ ਜਿਹੜੀ ਸਾਨੂੰ ਚਾਹੀਦੀ ਆ ਉਹਦੇ ਅਕੋਰਡਿੰਗ ਸਬਜੈਕਟ ਓਨਲੀ ਕੰਸੀਡਰ ਕੀਤਾ ਜਾਏਗਾ। ਜ਼ਿਆਦਾਤਰ ਜਿਹੜਾ ਫੋਕਸ ਹੋਏਗਾ ਉਹ ਬੱਚੇ ਦੀ ਪ੍ਰੈਕਟੀਕਲ ਅਤੇ ਐਪਲੀਕੇਸ਼ਨ ਸਕਿੱਲਸ ਦੇ ਉੱਤੇ ਜ਼ਿਆਦਾ ਨੌਲੇਜ ਦੇਣ ਦੇ ਉੱਤੇ ਫੋਕਸ ਕੀਤਾ ਜਾਏਗਾ, ਥਿਓਰੈਟੀਕਲ ਕਨਸੈਪਟ ਦੇ ਉੱਤੇ ਘੱਟ ਜ਼ੋਰ ਦਿੱਤਾ ਜਾਏਗਾ। ਨੈਕਸਟ ਕੀ ਆ ਵੀ ਜਿਹੜਾ ਗ੍ਰੈਜੂਏਸ਼ਨ ਦਾ ਕੋਰਸ ਆ ਜਿਹੜਾ ਬੱਚਾ ਵਾ ਉਹ ਕੰਪਲੀਟ ਕਰਦਾ ਫਸਟ ਈਅਰ ਤਾਂ ਉਹਨੂੰ ਬੇਸਿਕ ਸਰਟੀਫਿਕੇਟ ਮਿਲੇਗਾ ਜੇਕਰ ਉਹ, ਕਿਉਂਕਿ ਗ੍ਰੈਜੂਏਸ਼ਨ ਜਿਹੜੀ ਆ ਉਹਨਾਂ ਨੇ 4 ਈਅਰਸ ਦੀ ਕਰ ਦਿੱਤੀ ਆ, ਤਾਂ 4 ਈਅਰ ਦੇ ਵਿੱਚ ਜਿਹੜਾ ਫਸਟ ਈਅਰ ਹੋਏਗਾ ਜਦੋਂ ਕੰਪਲੀਟ ਕਰਦਾ ਤਾਂ ਉਹਨੂੰ ਬੇਸਿਕ ਸਰਟੀਫਿਕੇਟ ਮਿਲੇਗਾ, ਅਤੇ ਜੇਕਰ ਉਹ 2 ਸਾਲ ਕੰਪਲੀਟ ਕਰ ਲੈਂਦਾ ਤਾਂ ਉਹਨੂੰ ਡਿਪਲੋਮਾ ਸਰਟੀਫਿਕੇਟ ਮਿਲੇਗਾ, ਅਤੇ ਜੇਕਰ ਉਹ ਹੋਲ ਕੋਰਸ ਕੰਪਲੀਟ ਕਰ ਦਿੰਦਾ ਤਾਂ ਉਹਨੂੰ ਡਿਗਰੀ ਸਰਟੀਫਿਕੇਟ ਪ੍ਰੋਵਾਈਡ ਕੀਤਾ ਜਾਏਗਾ, ਤਾਂ ਜੋ ਕੀ ਆ ਉਹ ਆਪਣੀ ਜਿਹੜੀ ਜੇਕਰ ਉਹਨੇ ਬ੍ਰੇਕ ਵੀ ਦੇਣਾ ਹੋਇਆ ਤਾਂ ਉਹ ਕੋਰਸਿਸ ਨੂੰ ਉਹਦੇ ਬ੍ਰੇਕਸ ਤੋਂ ਬਾਅਦ ਜਿਹੜੀ ਉਹਦੀ ਐਜੂਕੇਸ਼ਨ ਆ ਉਹ ਖਰਾਬ ਨਾ ਹੋਵੇ, ਕਿਉਂਕਿ ਜ਼ਿਆਦਾਤਰ ਜਿਹੜੇ ਬੰਦੇ ਸੀਗੇ ਪੁਰਾਣੇ ਸਮੇਂ ਦੀ ਜਿਹੜੀ ਐਜੂਕੇਸ਼ਨ ਪਾਲਿਸੀ ਸੀ 1986 ਉਹਦੇ ਵਿੱਚ ਇਹ ਪ੍ਰੋਵੀਜ਼ਨ ਨਹੀਂ ਸੀਗੀ, ਜੇਕਰ ਬੰਦਾ ਕੋਈ ਗ੍ਰੈਜੂਏਸ਼ਨ ਛੱਡ ਦਿੰਦਾ 2 ਜਾਂ 3 ਸਾਲ ਬਾਅਦ ਉਹਨੂੰ ਦੁਬਾਰਾ ਫੇਰ ਤੋਂ ਉਹ ਡਿਗਰੀ ਕਰਨੀ ਪੈਂਦੀ ਸੀ। ਬਟ ਹੁਣ ਕੀ ਆ ਇਹ ਚੀਜ਼ ਅਬੋਲਿਸ਼ ਕੀਤੀ ਗਈ ਆ, ਕੋਈ ਵੀ ਬੰਦਾ ਜਦੋਂ ਮਰਜ਼ੀ ਜਾ ਕੇ ਆਪਣੀ ਅਕੋਰਡਿੰਗ ਜਦੋਂ ਉਹਨੂੰ ਕਨਵੈਂਟ ਲੱਗਦਾ ਤਾਂ ਉਹ ਦੁਬਾਰਾ ਤੋਂ ਆਪਣਾ ਕੋਰਸ ਨੂੰ ਰੀਜੁਆਇਨ ਕਰ ਸਕਦਾ ਵਾ। ਨੈਕਸਟ ਹੈਗਾ 17th ਵੀ ਜਿਹੜੀ ਗ੍ਰੈਜੂਏਸ਼ਨ ਕੋਰਸ ਆ ਉਹ ਫੀਡ ਅਪ ਕਰੇਗੀ, ਜਿੰਨੀਆਂ ਵੀ ਯੂਨੀਵਰਸਿਟੀਆਂ ਹੋਣਗੀਆਂ, ਗੌਰਮੈਂਟਸ ਹੋਣਗੀਆਂ, ਉਹ ਸਿੰਗਲ ਅਥਾਰਟੀ ਹੋਏਗੀ ਜਿਹੜਾ ਕਿ ਉਹ ਈਚ ਕੋਰਸਿਸ ਨੂੰ ਡਿਜ਼ਾਈਨ ਕਰੇਗੀ ਅਤੇ ਕੋਰਸ ਦਾ ਜਿਹੜਾ ਸਿਲੇਬਸ ਹੋਏਗਾ ਉਹਨੂੰ ਸੇਮ ਰੱਖਿਆ ਜਾਏਗਾ। ਨੈਕਸਟ ਹੈਗਾ ਵੀ ਮੇਜਰ ਰਿਫਾਰਮ ਕੀ ਹੋਏ ਜਿਹੜੀ ਸਾਡੀ ਹਾਇਰ ਐਜੂਕੇਸ਼ਨ ਆ, ਯਾਨੀ ਕਿ ਗ੍ਰੈਜੂਏਸ਼ਨ ਯਾਨੀ ਕਿ +2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਕੀ ਚੇਂਜਿਸ ਆਈਆਂ। ਦੇਖੋ 50% ਜਿਹੜੀ ਗ੍ਰੋਸ ਇਨਵੋਲਵਮੈਂਟ ਰੇਸ਼ੋ ਰੱਖੀ ਗਈ ਆ ਵੀ ਹੁਣ ਜਿਹੜੇ ਬੰਦੇ ਨੇ ਉਹ 50% ਇੱਦਾਂ ਦੇ ਬੱਚੇ ਹੋਣਗੇ ਜਿਹੜੇ 2035 ਤੱਕ ਅਸੀਂ ਕੀ ਆ ਹਾਇਰ ਐਜੂਕੇਸ਼ਨ ਦੇ ਵਿੱਚ ਸਟੱਡੀ ਲੈਣ ਜਾਣਗੇ, ਅਤੇ ਇਹਦੇ ਵਿੱਚ ਕੀ ਆ ਇਹ ਮਲਟੀਪਲ ਅਤੇ ਹੋਸਟਲੈਟਿਕਸ ਆ ਵੀ ਯਾਨੀ ਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਕੋਰਸਿਸ ਆਫਰ ਕੀਤੇ ਜਾਣਗੇ ਅਤੇ ਕਈ ਤਰ੍ਹਾਂ ਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਣਗੀਆਂ, ਅਤੇ ਜਿਹੜੀ ਐਜੂਕੇਸ਼ਨ ਹੋਏਗੀ ਉਹ ਫਲੈਕਸੀਬਿਲਿਟੀ ਹੋਏਗੀ ਵੀ ਤੁਸੀਂ ਕੋਈ ਵੀ ਸਬਜੈਕਟ ਚੂਜ਼ ਕਰ ਸਕਦੇ ਹੋ, ਮੇਜਰ ਮਾਈਨਰ ਉਹ ਤੁਸੀਂ ਕੰਸੀਡਰ ਕਰਕੇ ਹੀ ਫਿਰ ਉਸ ਚੀਜ਼ਾਂ ਨੂੰ ਕਰਨਾ ਵਾ। ਇਹ ਨਹੀਂ ਹੈਗਾ ਵੀ ਤੁਸੀਂ ਕੀ ਆ ਉਸ ਚੀਜ਼ ਨੂੰ ਕੰਸੀਡਰ ਨਹੀਂ ਕੀਤਾ ਅਤੇ ਤੁਸੀਂ ਕੀ ਆ ਆਪਣੇ ਅਕੋਰਡਿੰਗ ਇਸ ਚੀਜ਼ਾਂ ਨੂੰ ਕਰ ਰਹੇ ਹੋ, ਇਹ ਚੀਜ਼ ਨਹੀਂ ਹੋਏਗੀ ਵੀ ਜਾਣੀ ਕਿ ਤੁਸੀਂ ਕੀ ਆ ਫਲੈਕਸੀਬਿਲਿਟੀ ਜ਼ਰੂਰ ਮਿਲੇਗੀ ਸਬਜੈਕਟਸ ਦੇ ਵਿੱਚ, ਤੁਸੀਂ ਆਪਣੇ ਅਕੋਰਡਿੰਗ ਚੂਜ਼ ਕਰਕੇ ਰੱਖ ਸਕਦੇ ਹੋ, ਕੋਈ ਕਾਲਜਿਸ ਤੁਹਾਡੇ ਉੱਤੇ ਕੋਈ ਵੀ ਇੱਦਾਂ ਦੀ ਰਿਸਟ੍ਰਿਕਸ਼ਨ ਨਹੀਂ ਲਗਾ ਸਕਦਾ। ਥਰਡ ਪੁਆਇੰਟ ਹੈਗਾ ਮਲਟੀਪਲ ਐਂਟਰੀ ਐਂਡ ਐਗਜ਼ਿਸਟੈਂਸ, ਕੋਈ ਵੀ ਪਰਸਨ ਜਿੰਨੇ ਮਰਜ਼ੀ ਕੋਰਸਿਸ ਕਰ ਸਕਦਾ, ਵਿੱਚੋਂ ਛੱਡ ਵੀ ਸਕਦਾ ਅਤੇ ਬਾਅਦ ਵਿੱਚ ਕੀ ਆ ਉਹਨੂੰ ਦੁਬਾਰਾ ਰੀਜੁਆਇਨ ਵੀ ਕਰ ਸਕਦਾ ਵਾ, ਤਾਂ ਕੋਈ ਇਸ਼ੂ ਨਹੀਂ ਹੈ। ਗ੍ਰੈਜੂਏਸ਼ਨ ਜਿਹੜੀ ਅੰਡਰ ਗ੍ਰੈਜੂਏਸ਼ਨ ਆ ਉਹ 3 ਤੋਂ 4 ਸਾਲ ਦੀ ਹੋ ਗਈ ਆ, ਅਤੇ ਜਿਹੜੀ PG ਆ ਜਾਣੀ ਕਿ ਪੋਸਟ ਗ੍ਰੈਜੂਏਸ਼ਨ MA ਨੇ ਉਹ 1 ਅਤੇ 2 ਈਅਰ ਦੀ ਆ। ਜੇਕਰ ਕੋਈ ਬੱਚਾ ਇਹਦੇ ਵਿੱਚ ਵੀ ਮੈਂ ਤੁਹਾਨੂੰ ਕਲੈਰੀਫਾਈ ਕਰਦਾ ਵੀ ਜੇਕਰ ਕੋਈ ਬੱਚਾ 3 ਸਾਲ ਦੀ ਗ੍ਰੈਜੂਏਸ਼ਨ ਕਰਕੇ ਗਿਆ ਤਾਂ ਉਹਦੀ ਜਿਹੜਾ ਪੋਸਟ ਗ੍ਰੈਜੂਏਸ਼ਨ ਹੋਏਗੀ ਉਹ 2 ਸਾਲ ਦੀ ਹੋਏਗੀ, ਬਟ ਜੇਕਰ ਕੋਈ ਬੱਚਾ 4 ਸਾਲ ਦੀ ਗ੍ਰੈਜੂਏਸ਼ਨ ਕਰਕੇ ਗਿਆ ਤਾਂ ਉਹਦਾ PG ਕੋਰਸ 1 ਸਾਲ ਦਾ ਰਹਿ ਜਾਏਗਾ। ਨੈਕਸਟ ਹੈਗਾ ਜੇਕਰ ਕੋਈ ਬੱਚਾ ਇੰਟੀਗ੍ਰੇਟਡ ਕੋਰਸ ਦੇ ਵਿੱਚ ਜਾਣਾ ਚਾਹੁੰਦਾ ਬੈਚਲਰ ਅਤੇ ਮਾਸਟਰ ਤਾਂ ਉਹ 5 ਸਾਲ ਦੀ ਹੀ ਹੋਏਗੀ, ਅਤੇ 5 ਸਾਲ ਦੇ ਵਿੱਚ ਉਹ ਆਪਣੀ ਜਿਹੜੀ ਐਜੂਕੇਸ਼ਨ ਆ ਉਹ ਕੰਪਲੀਟ ਕਰ ਸਕਦਾ ਬੈਚਲਰ ਅਤੇ ਮਾਸਟਰ ਦੀ। ਨੈਕਸਟ ਹੈਗਾ MPhil, ਜਿਹੜਾ ਸਭ ਤੋਂ ਵੱਡਾ ਰਿਫਾਰਮ ਇਹ ਸੀਗਾ ਵੀ ਜਿਹੜੇ MPhil ਆ ਉਹਨੂੰ ਖਤਮ ਕਰ ਦਿੱਤਾ ਗਿਆ, ਡਿਸਕੰਟੀਨਿਊਸ ਕਰ ਦਿੱਤਾ ਗਿਆ। ਹੁਣ ਕੋਈ ਬੱਚਾ ਜੇਕਰ ਉਹਨੇ ਮਾਸਟਰ ਡਿਗਰੀ ਕੀਤੀ ਆ ਤਾਂ ਉਹ ਸਿੱਧਾ PhD ਕਰ ਸਕਦਾ, MPhil ਕਰਨ ਦੀ ਵੀ ਉਹਨੂੰ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ। ਨੈਕਸਟ ਹੈਗਾ ਵਾ 8th ਰੱਖਿਆ ਗਿਆ ਕ੍ਰੈਡਿਟ ਟ੍ਰਾਂਸਫਰ ਅਤੇ ਅਕੈਡਮਿਕ ਬੈਂਕ ਆਫ ਕ੍ਰੈਡਿਟ, ਵੀ ਹੁਣ ਤੁਹਾਡਾ ਜਿੰਨਾ ਵੀ ਰਿਕਾਰਡ ਹੋਏਗਾ ਉਹ ਇੱਕ ਸਿੰਗਲ ਪਲੇਸ ਦੇ ਉੱਤੇ ਤੁਹਾਡਾ ਰਿਕਾਰਡ ਜਿਹੜਾ ਹੋਏਗਾ ਉਹ ਸਬਮਿਟ ਹੋ ਜਾਏਗਾ, ਅਤੇ ਉੱਥੋਂ ਤੁਸੀਂ ਆਪਣਾ ਕਦੇ ਵੀ ਡਾਟਾ ਐਕਸੈਸ ਕਰ ਸਕਦੇ ਹੋ ਅਤੇ ਉੱਥੇ ਕਦੇ ਵੀ ਕੋਰਸ ਤੋਂ ਆਪਣਾ ਕੋਈ ਵੀ ਡਿਟੇਲ ਸ਼ੀਟ ਕਢਵਾ ਸਕਦੇ ਹੋ। ਨੈਕਸਟ ਕੀ ਆ ਜਿਹੜਾ ਰਿਸਰਚ ਇੰਟੈਂਸਿਵ ਰੱਖਿਆ ਗਿਆ ਵਾ, ਅਤੇ ਟੀਚਿੰਗ ਇੰਟੈਂਸਿਵ ਯੂਨੀਵਰਸਿਟੀਜ਼ ਹੋਣਗੀਆਂ, ਇਹਦੇ ਵਿੱਚ ਜ਼ਿਆਦਾਤਰ ਜਿਹੜੇ ਕੋਰਸਿਸ ਨੇ ਉਹ ਇੱਦਾਂ ਪ੍ਰੋਵਾਈਡ ਕੀਤੇ ਜਾਣਗੇ ਤਾਂ ਜੋ ਕੀ ਹੈ ਰਿਸਰਚ ਨੂੰ ਮੋਟੀਵੇਟ ਕੀਤਾ ਜਾ ਸਕੇ, ਅਤੇ ਟੀਚਿੰਗ ਇੰਟੈਂਸਿਵ ਯੂਨੀਵਰਸਿਟੀਆਂ ਬਣਾਈਆਂ ਗਈਆਂ ਤਾਂ ਜੋ ਕੀ ਹੈ ਟੀਚਿੰਗ ਦੇ ਪ੍ਰੋਫੈਸ਼ਨ ਨੂੰ ਵਧੀਆ ਬਣਾਇਆ ਜਾ ਸਕੇ। 10th ਹੈਗਾ ਵਾ
ਆਟੋਨੋਮਸ ਡਿਗਰੀਜ਼ ਗ੍ਰਾਂਟਡ ਕਾਲਜਸ। ਹੁਣ ਕੀ ਆ, ਆਟੋਨੋਮਸ ਡਿਗਰੀ ਕਾਲਜਸ ਪ੍ਰੋਵਾਈਡ ਕਰਵਾਏ ਜਾਣਗੇ ਤਾਂ ਜੋ ਕੀ ਆ ਉਹਨਾਂ ਨੂੰ ਯੂਨੀਵਰਸਿਟੀ ਦੇ ਅੰਡਰ ਰਹਿਣ ਦੀ ਲੋੜ ਨਹੀਂ, ਅਤੇ ਉਹ ਆਪਣਾ ਜਿਹੜਾ ਪੂਰਾ ਕੋਰਸ ਆ ਜਾਂ ਪੂਰਾ ਕਾਲਜ ਆ ਉਹ ਮੈਨੇਜ ਕਰ ਸਕਦੇ ਨੇ। ਜਿਹੜੇ ਕਿ ਫੇਮਸ ਕਾਲਜਸ ਹੋਣਗੇ ਤਾਂ ਉਹ ਸਾਰੇ ਕੀ ਹੋਣਗੇ, ਆਟੋਨੋਮਸ ਬਣ ਚੁੱਕੇ ਹੋਣਗੇ, ਯਾਨੀ ਕਿ ਉਹ ਆਪਣਾ ਐਗਜ਼ਾਮ ਪੈਟਰਨ, ਐਗਜ਼ਾਮ ਦਾ ਸਾਰੀਆਂ ਚੀਜ਼ਾਂ ਉਹਨਾਂ ਨੂੰ ਕਿਸੇ ਯੂਨੀਵਰਸਿਟੀ ਤੋਂ ਗਾਈਡਲਾਈਨ ਲੈਣ ਦੀ ਲੋੜ ਨਹੀਂ, ਉਹ UGC ਦੇ ਅੰਡਰ ਆਟੋਨੋਮਸ ਬਣ ਜਾਣਗੇ, ਯਾਨੀ ਕਿ ਉਹ ਆਪਣੇ ਐਗਜ਼ਾਮ ਆਪ ਕੰਡਕਟ ਕਰ ਸਕਦੇ ਨੇ। ਨੈਕਸਟ ਹੈਗਾ ਵਾ ਮਾਡਲ ਮਲਟੀ ਡਿਸਪਲਿਨਰੀ ਐਜੂਕੇਸ਼ਨ ਐਂਡ ਰਿਸਰਚ ਯੂਨੀਵਰਸਿਟੀਜ਼। ਹੁਣ ਕੀ ਨੇ, ਹੁਣ ਇੱਦਾਂ ਦੀਆਂ ਯੂਨੀਵਰਸਿਟੀਜ਼ ਓਪਨ ਹੋਣਗੀਆਂ ਜਿਹਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਕੋਰਸਿਸ ਕਰਾਏ ਜਾਂਦੇ ਹੋਣਗੇ, ਅਤੇ ਉਹ ਰਿਸਰਚਿਜ਼ ਯੂਨੀਵਰਸਿਟੀਆਂ ਬਣਾਈਆਂ ਜਾਣਗੀਆਂ ਤਾਂ ਜੋ ਕੀ ਆ, ਜਦੋਂ ਬੱਚੇ ਦੀ ਇੱਕ ਐਜੂਕੇਸ਼ਨ ਕੰਪਲੀਟ ਹੋ ਜਾਂਦੀ ਆ ਤਾਂ ਉਹ ਰਿਸਰਚ ਦੇ ਵਿੱਚ ਜੇਕਰ ਜਾਣਾ ਚਾਹੁੰਦਾ ਤਾਂ ਉਹਨੂੰ ਓਪਰਚੁਨਿਟੀ ਮਿਲ ਸਕੇ ਵੀ ਉਹ ਰਿਸਰਚਿਜ਼ ਕਰ ਸਕੇ। ਨੈਕਸਟ ਹੈਗਾ ਗ੍ਰੇਡ ਆਟੋਨੋਮੀਅਸ। ਹੁਣ ਕੀ ਆ ਵੀ ਜਿਹੜਾ ਗ੍ਰੇਡਿੰਗ ਸਿਸਟਮ ਆ, ਗ੍ਰੇਡਿੰਗ ਸਿਸਟਮ ਦਾ ਮਤਲਬ ਵੀ ਜਿਹੜੇ ਪਹਿਲਾਂ ਗ੍ਰੇਡ ਮਿਲਦੇ ਹੁੰਦੇ ਸੀਗੇ A B, ਠੀਕ ਹੈ ਜੀ, ਜਾਂ ਕੀ ਸੀਗੇ ਮਾਰਕਸ ਮਿਲਦੇ ਹੁੰਦੇ ਸੀ, ਉਹ ਸਿਸਟਮ ਨੂੰ ਵੀ ਚੇਂਜ ਕੀਤਾ ਗਿਆ। ਤਾਂ ਉਹਦੇ ਵਿੱਚ ਦੇਖਦੇ ਹਾਂ ਵੀ ਕਿਹੜੇ ਚੇਂਜਸ ਕੀਤੀਆਂ ਗਈਆਂ। ਦੇਖੋ ਫਸਟ ਹੈਗਾ ਅਕੈਡਮਿਕ ਐਡਮਿਨਿਸਟ੍ਰੇਟਿੰਗ ਅਤੇ ਫਾਈਨੈਂਸ ਦੇ ਵਿੱਚ ਕੀ ਚੇਂਜ ਕੀਤਾ ਗਿਆ। ਫਸਟ ਹੈਗਾ ਫੇਸ ਆਊਟ ਆਫ ਟੂ ਦੀ ਐਫੀਲੀਏਸ਼ਨ ਜਿਹੜਾ ਵਾ ਉਹ 15 ਸਾਲ ਰੱਖ ਦਿੱਤੀ ਗਈ ਆ, ਵੀ ਜੇਕਰ ਕੋਈ ਵੀ ਇੱਕ ਸਕੂਲ ਜਾਂ ਐਜੂਕੇਸ਼ਨ ਇੰਸਟੀਟਿਊਟ ਜਿਹੜੇ ਵੀ ਐਫੀਲੀਏਸ਼ਨ ਲੈ ਲੈਂਦਾ ਕਿਤੋਂ ਵੀ, ਯੂਨੀਵਰਸਿਟੀ ਜਾਂ ਕਿਸੇ ਵੀ ਬੋਰਡ ਤੋਂ, ਤਾਂ ਉਹਦੀ 15 ਸਾਲ ਤੱਕ ਐਫੀਲੀਏਸ਼ਨ ਰਹੇਗੀ, ਉਹਨੂੰ ਦੁਬਾਰਾ ਰੀਨਿਊ ਕਰਾਉਣਾ ਪਏਗਾ। ਨੈਕਸਟ ਹੈਗਾ ਨੈਸ਼ਨਲ ਮਿਸ਼ਨਸ ਔਨ ਮੋਨੀਟਰਿੰਗ, ਅਤੇ ਜਿਹੜੇ ਵੀ ਪਰਸਨ ਹੋਣਗੇ ਉਹਨਾਂ ਦੀ ਸਾਰੀ ਐਜੂਕੇਸ਼ਨ ਦੀਆਂ ਜਿੰਨੀਆਂ ਵੀ ਉਹ ਐਕਟੀਵਿਟੀਜ਼ ਕਰਦੇ ਆ ਤਾਂ ਉਹਨੂੰ ਮੋਨੀਟਰ ਕੀਤਾ ਜਾਏਗਾ, ਚੈੱਕ ਕੀਤਾ ਜਾਏਗਾ ਵੀ ਉਸ ਅਕੋਰਡਿੰਗ ਚੱਲ ਵੀ ਰਹੇ ਨੇ ਕਿ ਨਹੀਂ ਚੱਲ ਰਹੇ, ਤਾਂ ਉਸ ਚੀਜ਼ਾਂ ਉੱਤੇ ਪ੍ਰੋਪਰ ਦੇਖਿਆ ਜਾਏਗਾ। ਨੈਕਸਟ ਹੈਗਾ ਇੰਡੀਪੈਂਡੈਂਟ ਬੋਰਡ ਆਫ ਦੀ ਗਵਰਨਰਸ, ਅਤੇ ਇਹਦੇ ਵਿੱਚ ਕੀ ਹੋਣਗੇ, ਇੰਡੀਪੈਂਡੈਂਟ ਬੋਡੀਜ਼ ਬਣਾਈਆਂ ਜਾਣਗੀਆਂ ਜਿਹੜੀਆਂ ਕਿ ਕਿਸੇ ਵੀ ਸਟੇਟ ਦੇ ਅੰਡਰ ਨਹੀਂ ਆਉਣਗੀਆਂ, ਕਿਸੇ ਸੈਂਟਰ ਦੇ ਅੰਡਰ ਨਹੀਂ ਆਉਣਗੀਆਂ, ਅਤੇ ਆਪਣੇ ਅਕੋਰਡਿੰਗ ਉਹ ਸਾਰੀਆਂ ਜਿਹੜਾ ਵੀ ਡਿਟੇਲ ਆ ਉਹ ਕਿਸੇ ਵੀ ਬੱਚੇ ਦੇ ਜੇ ਗ੍ਰੇਡ ਸਿਸਟਮ ਲਗਾਇਆ ਜਾ ਰਿਹਾ ਤਾਂ ਇੱਕ ਸਿਮਿਲਰ ਰੱਖਿਆ ਜਾਏਗਾ, ਤਾਂ ਇੰਡੀਪੈਂਡੈਂਟ ਬੋਡੀਜ਼ ਹੋਣਗੀਆਂ, ਕਿਸੇ ਦਾ ਦਬਾਅ ਨਹੀਂ ਹੋਏਗਾ ਅਤੇ ਉਹ ਆਪਣੇ ਅਕੋਰਡਿੰਗ ਹੀ ਸਾਰਾ ਕੁਛ ਕਰ ਸਕਦੀਆਂ ਨੇ। ਨੈਕਸਟ ਹੈਗਾ ਵੀ ਇਹਦੇ ਵਿੱਚ ਸਿੰਗਲ ਰੈਗੂਲੇਟਰੀ ਹਾਇਰ ਐਜੂਕੇਸ਼ਨ ਲਗਾਈ ਜਾਏਗੀ, ਜਾਣੀ ਕਿ ਕਰਿਕੂਲਮ ਜਿਹੜਾ ਉਹਦਾ ਹੋਏਗਾ ਉਹ ਸੇਮ ਹੋਏਗਾ, ਬਟ ਦੋ ਚੀਜ਼ਾਂ ਨੂੰ ਛੱਡ ਕੇ, ਲੀਗਲ ਅਤੇ ਮੈਡੀਕਲ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਉੱਤੇ ਜਿਹੜਾ ਇਹ ਰਿਕਾਰਡ ਹੋਏਗਾ ਜਾਂ ਉਹਨਾਂ ਦੇ ਕਰਿਕੂਲਮ ਹੋਏਗਾ ਉਹ ਸੇਮ ਹੀ ਹੋਏਗਾ। ਨੈਕਸਟ ਹੈਗਾ ਵਾ ਵੀ ਗ੍ਰੇਡ ਆਟੋਨਮ, ਫਿਰ ਹੈਗਾ ਔਨਲਾਈਨ ਸੈਲਫ ਡਿਸਕਲੋਜ਼ ਬੇਸਡ ਟੂ ਦੀ ਟਰਾਂਸਪੇਰੈਂਟੀ ਸਿਸਟਮ ਅਪਰੂਵਲ ਇਨ ਟੂ ਦੀ ਪਲੇਸ ਆਫ ਇੰਸਪੈਕਸ਼ਨ। ਇੰਸਪੈਕਸ਼ਨ ਦੀ ਜਗ੍ਹਾ ਦੇ ਉੱਤੇ ਉਹਨਾਂ ਨੇ ਕੀ ਕੀਤਾ ਵਾ, ਟਰਾਂਸਪੇਰੈਂਟੀ ਸਿਸਟਮ ਬਣਾਇਆ ਗਿਆ, ਸੈਲਫ ਔਨਲਾਈਨ ਬਣਾਇਆ ਗਿਆ, ਜਿਹਦੇ ਵਿੱਚ ਉਹ ਸਾਰਿਆਂ ਨੂੰ ਆਪਣਾ ਡਾਟਾ ਅਪਲੋਡ ਕਰਨਾ ਪਿਆ ਕਰਨਾ, ਅਤੇ ਉਸ ਤਰੀਕੇ ਨਾਲ ਅਸੀਂ ਜੱਜ ਕਰਿਆ ਕਰਨਾ ਵੀ ਉੱਥੇ ਇੰਸਪੈਕਸ਼ਨ ਕਰਨ ਦੀ ਲੋੜ ਨਹੀਂ, ਔਨਲਾਈਨ ਹਮੇਸ਼ਾ ਡਾਟਾ ਚੜਿਆ ਕਰੂਗਾ, ਅਤੇ ਉਹਦੇ ਵਿੱਚ ਸਾਰਾ ਕੁਝ ਚੀਜ਼ਾਂ ਪੜ੍ਹੀਆਂ ਜਾਣਗੀਆਂ, ਕੀ ਚੀਜ਼ਾਂ ਹੈਗੀਆਂ ਸੀ, ਕੀ ਚੀਜ਼ਾਂ ਨਹੀਂ ਹੈਗੀਆਂ, ਉਹ ਸਭ ਕੁਝ ਦੇਖਿਆ ਜਾਣਗੀਆਂ। ਨੈਕਸਟ ਹੈਗਾ ਕਾਮਨ ਨੋਰਮ, ਵੀ ਸਾਰਿਆਂ ਦੇ ਲਈ ਇੱਕੋ ਤਰ੍ਹਾਂ ਦੇ ਕਾਨੂੰਨ ਬਣਾਏ ਜਾਣਗੇ ਤਾਂ ਜੋ ਕੀ ਉਹ ਪਬਲਿਕ ਪ੍ਰਾਈਵੇਟ ਜਿੰਨੇ ਵੀ ਇੰਸਟੀਟਿਊਟਸ ਨੇ ਉਹ ਸਾਰੀਆਂ ਇਸ ਚੀਜ਼ ਨੂੰ ਫੋਲੋ ਕਰ ਸਕਣ ਅਤੇ ਆਪਣੇ ਅਕੋਰਡਿੰਗ ਉਹਨੂੰ ਚਲਾ ਸਕਣ। ਨੈਕਸਟ ਹੈਗਾ ਪ੍ਰਾਈਵੇਟ ਫੈਲੋਥੋਨਿਕਸ ਪਾਰਟਨਰਸ਼ਿਪ, ਵੀ ਜਾਣੀ ਕਿ ਜਿਹੜਾ ਇਹਦੇ ਵਿੱਚ ਕੀ ਆ, ਪਬਲਿਕ ਪ੍ਰਾਈਵੇਟ ਦੋਹਾਂ ਦੀ ਪਾਰਟਨਰਸ਼ਿਪ ਦਿਖਾਈ ਜਾਏਗੀ, ਜਾਣੀ ਕਿ ਕੀ ਆ, ਦੋਨੀ ਇਨਵੋਲਵਮੈਂਟਸ ਦਿਖਾਉਣਗੇ ਅਤੇ ਆਪਣੇ ਅਕੋਰਡਿੰਗ ਇਹ ਕੀ ਆ, ਬਿਜ਼ਨਸ ਜਿਹੜਾ ਵਾ ਉਹ ਐਜੂਕੇਸ਼ਨ ਦੇ ਵਿੱਚ ਉਸ ਤਰੀਕੇ ਨਾਲ ਚੱਲੂਗਾ, ਪਬਲਿਕ ਅਤੇ ਪ੍ਰਾਈਵੇਟ ਦੋ ਹੀ ਇਨਵੋਲਵਮੈਂਟ ਦਿਖਾ ਕੇ ਇਸ ਚੀਜ਼ਾਂ ਨੂੰ ਵਰਕ ਕਰਨਗੇ। ਜਿਹੜਾ ਫਿਕਸ ਸਟਰਕਚਰ ਆ, ਨੈਕਸਟ ਜਿਹੜਾ ਇੰਪੋਰਟੈਂਟ ਪੁਆਇੰਟ ਆ, ਜਿਹੜੀ ਫਿਕਸੀਨੇਸ਼ਨ ਆ ਉਹ ਬੋਰਡ ਰੈਗੂਲੇਟਰੀ ਜਿਹੜੀਆਂ ਫਰੇਮਵਰਕਸ ਬੋਡੀਆਂ ਬਣਾਈਆਂ ਗਈਆਂ ਨੇ ਉਹ ਡਿਸਾਈਡ ਕਰਨਗੀਆਂ, ਅਤੇ ਸਾਰਿਆਂ ਨੇ ਉਸ ਅਕੋਰਡਿੰਗ ਹੀ ਆਪਣੀ ਫੀਸ ਚਾਰਜ ਕਰ ਸਕਦੇ ਆ, ਉਸ ਤੋਂ ਵੱਧ ਜਾਂ ਉਸ ਤੋਂ ਘੱਟ ਨਹੀਂ ਕਰ ਸਕਦੇ, ਉਹਨਾਂ ਦੁਆਰਾ ਇਹ ਜਿਹੜੀ ਫੀਸ ਸਟਰਕਚਰ ਆ ਉਹ ਸੈਂਕਸ਼ਨ ਕੀਤਾ ਜਾਏਗਾ। ਨੈਕਸਟ ਹੈ ਇਹ ਸੀਗੀ ਐਜੂਕੇਸ਼ਨ ਪਾਲਿਸੀ। ਆਈ ਹੋਪ ਤੁਹਾਨੂੰ ਇਹ ਜਿਹੜੀ ਵਧੀਆ ਲੱਗੀ ਹੋਏਗੀ, ਵੀ ਐਜੂਕੇਸ਼ਨ ਪਾਲਿਸੀ ਬਹੁਤ ਜ਼ਿਆਦਾ ਵਧੀਆ ਵਾ। ਇਹਨਾਂ ਨੇ ਡਿਜੀਟਲ ਐਜੂਕੇਸ਼ਨ ਨੂੰ ਵੀ ਵਧਾਵਾ ਦਿੱਤਾ ਵਾ, ਔਨਲਾਈਨ ਫੈਸਿਲਿਟੀ ਵੀ ਪ੍ਰੋਵਾਈਡ ਕਰ ਰਹੇ ਨੇ, ਤਾਂ ਇਹ ਸਭ ਤੋਂ ਬੈਟਰ ਓਪਰਚੁਨਿਟੀ ਆ। ਤਾਂ ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਇਹ ਪਸੰਦ ਆਇਆ ਹੋਊਗਾ। ਜੇਕਰ ਸੈਸ਼ਨ ਪਸੰਦ ਆਇਆ ਤਾਂ ਪਲੀਜ਼ ਲਾਈਕ ਕਰੋ, ਕਿਉਂਕਿ ਤੁਹਾਡੇ ਲਾਈਕ ਦੇ ਨਾਲ ਹੀ ਮੈਨੂੰ ਮੋਟੀਵੇਸ਼ਨ ਮਿਲਦੀ ਹੈ, ਅਤੇ ਮੈਂ ਨਾਲ ਦੀ ਨਾਲ ਜਿਹੜੀ ਅਪਡੇਟਸ ਜਿਹੜੀਆਂ ਨਿਊ ਆਉਂਦੀਆਂ ਨੇ ਤਾਂ ਜੋ ਮੈਂ ਕਿ ਉਹਦੇ ਉੱਤੇ ਵੀਡੀਓ ਬਣਾ ਸਕਾਂ। ਅਤੇ ਆਈ ਹੋਪ ਤੁਹਾਨੂੰ ਇਹ ਸੈਸ਼ਨ ਵਧੀਆ ਲੱਗਿਆ ਹੋਊਗਾ, ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ ਐਂਡ ਸ਼ੇਅਰ ਦਿਸ ਸੈਸ਼ਨ ਵਿਦ ਅਦਰਸ। ਥੈਂਕਸ ਅ ਲੋਟ।